ਦਵਿੰਦਰ ਸਿੰਘ ਜੀ ਗੋਇੰਦਵਾਲ ਸਾਹਿਬ, ਜਿਨ੍ਹਾਂ ਨੂੰ ਆਪਾਂ ਪਿਆਰ ਦੇ ਨਾਲ ਸੋਨੂ ਵੀਰ ਜੀ ਕਹਿੰਦੇ ਆ, ਬੈਠੇ ਬੈਠੇ ਸਟੇਜ ਤੇ ਹੁਣੇ ਵਿਚਾਰ ਚੱਲੀ। ਸਨਮਾਨ ਸਤਿਕਾਰਯੋਗ ਰਾਗੀ ਭਾਈ ਕੁਲਦੀਪ ਸਿੰਘ ਜੀ, ਹਜੂਰੀ ਰਾਗੀ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੀਰਤਨੀਏ। ਉਹਨਾਂ ਨੇ ਵੀ ਇਹ ਹੁਕਮ ਕੀਤਾ ਹੈ ਤੇ ਇੱਕ ਫੈਸਲਾ ਲਿਆ ਗਿਆ ਵੀ ਛੋਟਾ ਨਾਂ ਸੋਨੂ ਵੀਰ ਜੀ ਜਿਹੜਾ ਹੈ ਨਾ, ਉਹ ਸਟੇਜ ਤੇ ਨਾ ਲਿਆ ਕਰੀਏ। ਦਵਿੰਦਰ ਸਿੰਘ ਜੀ ਗੋਇੰਦਵਾਲ ਸਾਹਿਬ ਵਾਲੇ, ਬਾਕੀ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸੋਨੂ ਵੀਰ ਜੀ ਨੇ, ਪਰ ਸਟੇਜ ਤੋਂ ਜਿਹੜਾ ਹੈ ਉਹ ਪੂਰਾ ਨਾਮ ਅੱਜ ਤੋਂ ਆਪਾਂ ਲਿਆ ਕਰਾਂਗੇ ਉਹਨਾਂ ਦਾ। ਆਓ ਸਰਦਾਰ ਕੁਲਦੀਪ ਸਿੰਘ ਜੀ ਭੁੱਲਰ, ਕੇਵਲ 2 ਮਿੰਟ ਵਾਸਤੇ। परम सत्कारयोग धन धन साहिब श्री गुरु ग्रंथ साहिब महाराज जी की गोदी में बैठी समूह संगत, माई पाई गज के आखो वाहिगुरु जी का खालसा श्री वाहिगुरु जी की फतेह। अज आप सारे बहुत ही वडभागे हाँ कि आनंदपुर साहिब जी की धरती तो बहुत दूर यूपी की धरती में महापुरुषों ने जिथे जंगल में मंगल लाए आ, बेअंत स्थानां की सेवा कर रहे हैं महापुरुष सरियाले वाले संत बाबा तारा सिंह जी, उन्हों की संप्रदा संत बाबा घोला सिंह जी, संत बाबा गुरनाम सिंह जी, जिन्हों ने महान सेवा इस इलाके दे विच कीती है। उन्होंने इस होले महल्ले दे विच यूपी दियां सारियां संगतां मिल करके आप जी महान पर्व नूं मना रहे हो। आप जी समूह संगतां नूं इस महान पर्व दियां होले महल्ले दियां लख लख वधाइयां। बहुत ही वडभागे हाँ कि असीं पूरी यूपी दे विच जिथे एकमात्र स्थान जिथे बहुत वड्डी तादाद दे विच असीं इस महान पर्व नूं मनाउने आ, और महापुरुषों के जिथे इस स्थान की सेवा करते आ, उत्थे आप जी ने स्कूल अते होर भी बहुत सारे परोपकार दे जिहड़े कारज ने वो आप जी करते हैं। सिर झुकदा महापुरुषों की इस संप्रदा के अगे। जो मौजूदा समय में जो किसानी अंदोलन चल रहा है, उहदे विच भी आप जी का बहुत वड्डा सहयोग महापुरुषों का है। असी सारिया जथेबंदियां वालों, पार्टियां वालों महापुरुषों का तहे दिलों धन्नवाद करते हैं ते आप जी सारियां नूं इस महान पर्व दियां बधाई देने। आप जी ने महापुरुषों का धन्नवाद कि आप जी ने संगतां दे दर्शन करन दा सुभाव बख्शिश कीता है। सो वाहिगुरु जी का खालसा वाहिगुरु जी की फतेह। ਇਹ ਸਨ ਸਨਮਾਨ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਭੁੱਲਰ, ਜਿਨ੍ਹਾਂ ਨੇ ਆਪ ਜੀ ਦੇ ਨਾਲ ਦਰਸ਼ਨ ਦਿਦਾਰੇ ਕੀਤੇ ਨੇ, ਫਤਿਹ ਦੀ ਸਾਂਝ ਪਾਈ ਹੈ। ਹੁਣ 11 ਵਜੇ ਤੱਕ ਆਪ ਸਿੱਖ ਸੰਗਤ ਦੀ ਖਿਦਮਤ ਦੇ ਵਿੱਚ ਸਨਮਾਨ ਸਤਿਕਾਰਯੋਗ ਭਾਈ ਦਵਿੰਦਰ ਸਿੰਘ ਜੀ ਗੋਇੰਦਵਾਲ ਸਾਹਿਬ ਵਾਲੇ, ਉਹਨਾਂ ਤੋਂ ਬਾਅਦ ਸਨਮਾਨ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਹਜੂਰੀ ਰਾਗੀ, ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਵਾਹਿਗੁਰੂ 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 ਸਾਹਿਬ ਜੀਓ। पाती तोरै मालनी पाती पाती जियो। जिस पाहन को पाती तोरै सो पाहन निर्जियो। पूली मालनी है एओ सतगुर जागता है देओ। ब्रह्मपाती बिसन डारी फूल शंकर देओ। तीन देव प्रतख तोरै करह किसकी सेओ। वाहिगुरु जी का खालसा वाहिगुरु जी की फतेह। गुरु के सिखो। मैं कल भी गल की सी, सिंह साहब ज्ञानी जसवंत सिंह जी हुणी पूजनीक ने, उन्हां भी तुहाडे नाल गल कीती सी। असीं गुरु दरबार विच बैठे हाँ। ये बहुत वड्डा सागर है,
ਦੋ ਤਰ੍ਹਾਂ ਦੀ ਪੜ੍ਹਾਈ ਹੋਇਆ ਕਰਦੀ, ਇੱਕ ਦੁਨਿਆਵੀ ਪੜ੍ਹਾਈ ਹੈ ਤੇ ਇੱਕ ਸੰਪਰਦਾਵਾਂ ਦੀ ਪੜ੍ਹਾਈ ਹੈ। ਜਿਹੜੀ ਕਾਲਜਾਂ ਦੀ ਪੜ੍ਹਾਈ ਹੈ ਉਹਦੇ ਵਿੱਚ ਵੀ ਧਰਮ ਦੀ ਗੱਲ ਕਰਨ ਵਾਸਤੇ ਕੁਝ ਨਾ ਕੁਝ ਸਬਜੈਕਟ ਰੱਖਿਆ ਜਾਂਦਾ, ਪਰ ਜਿਹੜੇ ਧਰਮ ਦੀ ਗੱਲ ਗਾੜੀ ਸਿੱਖਦੇ ਉਹਨਾਂ ਨੂੰ ਕਿਹਾ ਜਾਂਦਾ ਵੀ ਜਦੋਂ ਤੁਸੀਂ ਧਰਮ ਦੀ ਗੱਲ ਕਰਨੀ ਹੈ ਤੁਸੀਂ ਐਂ ਵੇਖਣਾ ਵੀ ਤੁਹਾਡੇ ਗਾੜੀ ਮੁਰਦੇ ਬੈਠੇ ਨੇ, ਤੁਹਾਨੂੰ ਕਿਸੇ ਦਾ ਡਰ ਨਹੀਂ, ਤੁਸੀਂ ਨਿਝਿਜਕ ਹੋ ਕਰਕੇ ਗੱਲ ਕਰਨੀ ਹੈ। ਗੁਰੂ ਕੇ ਸਿੱਖੋ ਦੂਜੇ ਨੰਬਰ ਤੇ ਆ ਜਾਂਦੀ ਸੰਪਰਦਾਵਾਂ ਦੀ ਪੜ੍ਹਾਈ, ਤੇ ਉੱਥੇ ਸਮਝਾਇਆ ਜਾਂਦਾ ਹੈ ਰਾਜਿਆਂ ਦਾ ਰਾਜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਹੋਣਗੇ, ਰੱਬ ਵਰਗੀਆਂ ਸਿੱਖ ਸੰਗਤਾਂ ਬੈਠੀਆਂ ਹੋਣਗੀਆਂ, ਵੇਖੀ ਕਿਤੇ ਵਾਧਾ ਘਾਟਾ ਬਚਨ ਨਾ ਬੋਲਦੀ ਪਰਮਾਤਮਾ ਦੀ ਦਰਗਾਹ ਵਿੱਚ ਲਿਖਿਆ ਜਾਵੇਗਾ। ਤੇ ਜੇ ਲਿਖਿਆ ਗਿਆ ਪਹਿਲਾਂ ਹੀ ਮਨੁੱਖਾ ਜਾਮਾ ਮੋਹ ਵਿੱਚੋਂ ਨਹੀਂ ਛੁੱਟਦਾ, ਮੁੜ ਕੇ ਕਰਮਾਂ ਤੋਂ ਕਿਵੇਂ ਛੁੱਟੇਗਾ। ਮੈਂ ਇਸ ਕਰਕੇ ਬੇਨਤੀ ਕਰਾਂ ਉੱਚੀ ਆਵਾਜ਼ ਵਿੱਚ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਕਿਦਾਂ ਉੱਚੀ ਆਵਾਜ਼ ਆਈ ਹੈ। ਇੱਕ 70 ਸਾਲ ਦਾ ਬਾਬਾ ਗਾਤਰਾ ਪਾ ਕੇ ਤੇ 2000 ਦਾ ਨੋਟ ਮੂੰਹ ਵਿੱਚ ਲਾ ਕੇ ਤੇ ਕੰਜਰੀ ਨੂੰ ਕਹਿੰਦਾ ਆਪਣੇ ਮੂੰਹ ਨਾਲ ਖਿੱਚ, ਦਾਰੂ ਨਾਲ ਰੱਜਿਆ ਹੈ। ਉਦੋਂ ਆਵਾਜ਼ ਕਿੰਨਾ ਨਿਕਲਦੀ ਹੈ। ਗੁਰੂ ਕੇ ਸਿੱਖੋ ਜੇ ਤੁਸੀਂ ਸੱਚ ਤੇ ਆਵਾਜ਼ ਨਹੀਂ ਕੱਢ ਸਕਦੇ ਤੇ ਜਿਹਦੇ ਨਾਲ ਤੁਹਾਡਾ ਮੱਥਾ ਲੱਗਾ ਨਾ ਦਿੱਲੀ ਤੇ, ਫਿਰ ਤੁਹਾਡਾ ਕੀ ਬਣੇਗਾ। ਜੇ ਤੁਸੀਂ ਆਵਾਜ਼ ਬੁਲੰਦੀ ਨਹੀਂ ਕਰ ਸਕਦੇ ਫਿਰ ਤਾਂ ਗੁਰੂ ਕੇ ਸਿੱਖੋ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਉਹਨਾਂ ਇਹੋ ਗੱਲ ਆਖੀ ਸੀ, ਵਾਲ ਪਿੱਛੇ ਨੂੰ ਸੁੱਟ ਦਿਓ, ਪੱਗਾਂ ਗੋਲ ਕਰ ਲਓ। ਬਾਬਾ ਕਾਬਲ ਦੀ ਧਰਤੀ ਤੋਂ ਨੁਕੜਾ ਕੋੜਾ ਪੌਣੇ 3 ਲੱਖ ਦਾ ਆਉਂਦਾ ਤੇਰੇ ਥੱਲੇ ਦੇ ਦਿਆਂਗੇ। ਇੱਕ ਵੇਰਾ ਦਿੱਲੀ ਆ ਕੇ ਆਪਣੇ ਨਾਂ ਦੇ ਗਾੜੀਆਂ ਸਿੰਘ ਪਾਸੇ ਕਰਦੇ, ਖਾਨ ਕਰਦੇ ਜਾਂ ਮੁਹੰਮਦ ਕਰਦੇ, ਤੇ ਜਿੱਥੋਂ ਤੱਕ ਤੇਰਾ ਘੋੜਾ ਜਾਵੇਗਾ ਜ਼ਮੀਨ ਤੇਰੇ ਨਾਂ ਕਰ ਦਿੱਤੀ ਜਾਵੇਗੀ। ਤੇ ਤੁਹਾਡੇ ਮਰਦ ਵਡੇਰੇ ਨੇ ਪਤਾ ਕੀ ਆਖਿਆ ਸੀ, ਦਿੱਲੀ ਸਰਕਾਰ ਨੂੰ ਲਾਹਨਤ ਪਾ ਕੇ ਆਖੀ ਸੀ, ਤੈਨੂੰ ਪਤਾ ਏ ਦਿੱਲੀਏ ਝੱਲੀਏ ਨਹੀਂ, ਅਸੀਂ ਹੱਕਾਂ ਲਈ ਛਾਤੀਆਂ ਤਾਣਦੇ ਹਾਂ, ਦੇ ਦੇ ਆਪੇ ਹੀ ਸਾਡੇ ਇਹ ਹੱਕ, ਸਾਨੂੰ ਨਹੀਂ ਤੇ ਜੂਝ ਕੇ ਲੈਣਾ ਵੀ ਜਾਣਦੇ ਹਾਂ। ਤੁਹਾਡਾ ਮੱਥਾ ਦਿੱਲੀ ਸਰਕਾਰ ਨਾਲ ਲੱਗਾ ਹੈ। ਗੁਰੂ ਕੇ ਸਿੱਖੋ ਗੱਲ ਹੱਥ ਤੇ ਹੱਥ ਰੱਖ ਕੇ ਬਹਿਣ ਵਾਲੀ ਨਹੀਂ। ਆ ਹੋਲੇ ਮੱਲੇ ਦਾ ਸਮਾਗਮ ਹੈ, ਖੇਤੀ ਸਿਰ ਤੇ ਚੜ ਕੇ ਆਈ ਹੈ, ਉਹ ਵੀ ਕਾਰਜ ਤੁਸਾਂ ਕਰਨੇ ਨੇ। ਇਹ ਝੋਰਾ ਨਾ ਕਿਉਂ ਸਰਕਾਰਾਂ ਫਸਲ ਨਹੀਂ ਚੁੱਕਦੀਆਂ ਤੇ ਕੋਈ ਗੱਲ ਨਹੀਂ ਹੈ, ਪਰ ਗੁਰੂ ਕੇ ਸਿੱਖੋ ਤੁਸੀਂ ਸਰਕਾਰਾਂ ਤਾਂ ਚੁੱਕ ਸਕਦੇ ਹੋ ਨਾ, ਸਰਕਾਰਾਂ ਬਦਲ ਸਕਦੇ ਹੋ। ਤੁਹਾਡੇ ਅੰਦਰ ਪਾਵਰ ਹੈ। ਦੁਨੀਆ ਦੇ ਤਖਤੇ ਤੇ ਵਾਹਦ ਇੱਕੋ ਇੱਕ ਕੌਮ ਹੈ ਜਿਹਨੂੰ ਖਾਲਸਾ ਕੌਮ ਆਖਿਆ ਜਾਂਦਾ ਹੈ। ਨਾ ਇਹ ਕਿਸੇ ਦੇ ਗਾੜੀ ਝੁਕਦਾ ਜੇ ਤੇ ਗੁਰੂ ਕੇ ਸਿੱਖੋ ਨਾ ਇਹ ਕਿਸੇ ਨੂੰ ਝੁਕਣ ਤੇ ਮਜਬੂਰ ਕਰਦਾ ਜੇ। ਮੇਰੀ ਹੱਥ ਬੰਨ ਕਰਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਤੁਸੀਂ ਰਣ ਮੈਦਾਨ ਵਿੱਚ ਆਏ ਹੋ, ਉਸ ਵਡੇਰੇ ਦੀ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਆਏ ਹੋ। ਅੱਜ ਦਾ ਦਿਨ ਤੁਹਾਨੂੰ ਕਲਗੀਧਰ ਪਾਤਸ਼ਾਹ ਨੇ ਦਿੱਤਾ ਆਜ਼ਾਦ ਹੋਣ ਵਾਸਤੇ। ਅਸੀਂ ਕਿਸੇ ਦੀ ਗੁਲਾਮੀ ਵਿੱਚ ਨਹੀਂ ਵੱਜਾਂਗੇ। ਗੁਰੂ ਕਾ ਖਾਲਸਾ ਆਜ਼ਾਦ ਹੋਵੇਗਾ, ਇਹਦੇ ਤੇ ਕਿਸੇ ਦਾ ਡੰਕਾ ਨਹੀਂ ਚੱਲੇਗਾ, ਇਹਦੇ ਤੇ ਕਿਸੇ ਸਰਕਾਰ ਦਾ ਕੁੰਡਾ ਨਹੀਂ ਚੱਲੇਗਾ। ਇਹ ਆਜ਼ਾਦ ਹੋਵੇਗਾ। ਆਜ਼ਾਦ ਖਾਲਸੇ ਦੀ ਅੱਜ ਦੇ ਦਿਨ ਨਹੀਂ ਰੱਖ ਕਰਕੇ ਤਨ ਤਰਲੋਕੀ ਦੇ ਮਾਲਕ ਨੇ ਆਖਿਆ, ਮੈਂ ਝੂਠੇ ਰੰਗਾਂ ਵਿੱਚ ਆਪਣੇ ਖਾਲਸੇ ਨੂੰ ਨਹੀਂ ਦਿਆਂਗਾ, ਮੈਂ ਆਪਣੇ ਖਾਲਸੇ ਨੂੰ ਨਾਮ ਦਾ ਰੰਗ ਚਾੜ ਦਿਆਂਗਾ। ਨਾਮ ਦਾ ਰੰਗ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਗੁਰੂ ਕਿਆ ਸਿੱਖਾ ਜੁਰਤ ਦੀ ਗੱਲ ਕਰਿਆ ਕਰ। ਤੇਰੀ ਜੁਰਤ ਦੀ ਗੱਲ ਕਰਨ ਲੱਗਿਆ ਹੋ ਸਕਦਾ ਕਿਸੇ ਦੇ ਕੰਨੀ ਆਵਾਜ਼ ਪੈ ਜੇ ਤੇ ਤੇਰੀ ਧਰਮ ਦੀ ਕੀਤੀ ਹੋਈ ਗੱਲ, ਧਰਮ ਦਾ ਕੀਤਾ ਹੋਇਆ ਕਰਮ ਜੇ ਕਿਸੇ ਦੇ ਮਨ ਨੂੰ ਟੁੰਬ ਜਾਵੇ ਤੇ ਗੁਰੂ ਕੇ ਸਿੱਖੋ ਕ੍ਰਾਂਤੀ ਆ ਜਾਂਦੀ ਹੈ। ਅੰਗਰੇਜ਼ ਰਾਜ ਹੈ, ਮਕਾਲਫ ਗੋਰੀ ਮਾਂ ਦੀ ਪੇਟ ਵਿੱਚੋਂ ਜੰਮਿਆ, ਭਾਰਤ ਦੇਸ਼ ਤੇ ਆ ਕਰਕੇ ਉਹਨੇ ਫੁੱਟਪਾਥ ਤੇ ਬਹਿ ਕੇ ਪੜ੍ਹਾਈ ਕੀਤੀ ਤੇ ਇੱਥੋਂ ਦਾ ਗਵਰਨਰ ਬਣ ਗਿਆ। ਜਦੋਂ ਵੱਡਾ ਅਫਸਰ ਬਣਿਆ ਉਸ ਮਖਾਲਫ ਨੇ ਬਹਿੰਦਿਆਂ ਸਾਰ ਇੱਕ ਹਲਫਨਾਮਾ ਜਾਰੀ ਕਰ ਦਿੱਤਾ ਵੀ ਮੇਰੇ ਰਾਜ ਭਾਗ ਵਿੱਚ
ਕਿਸੇ ਤੀਵੀਂ ਦੀ ਇੱਜ਼ਤ ਲੁੱਟੀ ਨਹੀਂ ਜਾਣੀ ਚਾਹੀਦੀ, ਕਿਸੇ ਦੀ ਚੋਰੀ ਨਹੀਂ ਹੋਣੀ ਚਾਹੀਦੀ, ਮੇਰੇ ਰਾਜ ਵਿੱਚ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਹੋਣਾ ਚਾਹੀਦਾ। ਇੱਕ ਗੋਰਿਆਂ ਦੀ ਸਰਕਾਰ ਦਾ ਗਵਰਨਰ ਤੇ ਇਹ ਗੱਲ ਕਹਿੰਦਾ ਹੈ, ਬਦਕਿਸਮਤੀ ਜਿਹਦਾ ਅਸੀਂ ਦਿਹਾੜਾ ਮਨਾਉਣ ਵਾਸਤੇ 2 ਦਿਨ ਪਹਿਲਾਂ ਆਏ ਸਾਂ, ਉਹਨਾਂ ਦੇ ਵਾਰਸ ਤੇ ਉਹਨਾਂ ਦੀਆਂ ਸਰਕਾਰਾਂ ਤੇ ਜਦੋਂ ਤੁਸੀਂ ਆਨੰਦਪੁਰ ਜਾਂਦੇ ਹੋ, ਆਨੰਦਪੁਰ ਸਾਹਮਣੇ ਬਣਿਆ ਵਿਰਾਸਤ ਏ ਖਾਲਸਾ, ਜਦੋਂ ਤੁਸੀਂ ਅੰਦਰ ਜਾਂਦੇ ਤੇ ਅੰਦਰ ਹੀਰ ਰਾਂਝੇ ਦੇ ਬੁੱਤ ਨੇ, ਸੱਸੀ ਪੁੰਨੂ ਦੇ ਬੁੱਤ ਨੇ। ਬਦਕਿਸਮਤੀ ਸਾਡੀ ਵਿਰਾਸਤ ਹੀਰ ਰਾਂਝਾ ਨਹੀਂ, ਸਾਡੀ ਵਿਰਾਸਤ ਸੱਸੀ ਪੁੰਨੂ ਨਹੀਂ। ਬਦਕਿਸਮਤੀ ਸਾਨੂੰ ਝੂਠੇ ਬੰਦੇ ਮਿਲ ਗਏ, ਝੂਠੇ ਬੰਦੇ ਮਿਲਣ ਕਰਕੇ ਇਹਨਾਂ ਸਾਨੂੰ ਸੀਪ ਲਾ ਕੇ ਰੱਖ ਦਿੱਤੀ। ਗੁਰੂ ਕੇ ਸਿੱਖੋ ਤੇ ਅੱਜ ਇਹੋ ਜਿਹੇ ਤਰੀਕੇ ਦੇ ਨਾਲ ਮਾਰਿਆ, ਤੁਸੀਂ ਵੀ ਫੁੱਟ ਪਾਸਾਂ ਤੇ ਬੈਠੇ ਹੋ, ਤੁਹਾਡੇ ਅੰਦਰ ਵੀ ਜਜ਼ਬਾ ਹੈ। ਮਕਾਲਫ ਨੇ ਜਦੋਂ ਇਹ ਗੱਲ ਕੀਤੀ ਤੇ ਕੁਦਰਤੀ ਤੌਰ ਤੇ ਉਹਦੇ ਰਾਜ ਦੇ ਵਿੱਚ ਇੱਕ ਤੀਵੀਂ, ਉਹਨੂੰ ਕਿਸੇ ਨੇ ਫੜਿਆ, ਉਹਦੀ ਇੱਜ਼ਤ ਲੁੱਟਣ ਲੱਗਾ ਤੇ ਇੰਨੇ ਚਿਰ ਨੂੰ ਗੁਰੂ ਕਾ ਖਾਲਸਾ ਚਲਿਆ ਗਿਆ, ਰੱਬ ਦਾ ਪਿਆਰਾ ਕੋਈ ਚਲਿਆ ਗਿਆ। ਉਹਦੇ ਹੱਥ 'ਚ 2.5 ਫੁੱਟ ਦੀ ਪੁਰਾਣੀ ਹੈ, ਉਹਨੇ ਜਦੋਂ ਪੁਰਾਣੀ ਫੇਰੀ ਤੇ ਉਹ ਬੰਦੇ ਭੱਜ ਗਏ। ਧੀ ਦੇ ਸਿਰ ਤੇ ਦੁਪੱਟਾ ਰੱਖਿਆ, ਉਹਨੂੰ ਘਰ ਪਹੁੰਚਾ ਦਿੱਤਾ। ਨਾ ਗ੍ਰੰਥ ਪੜ੍ਹਿਆ ਜੇ, ਨਾ ਕਿਤਾਬ ਪੜ੍ਹੀ ਜੇ, ਨਾ ਕਿਸੇ ਦੇ ਕੋਲ ਗਿਆ ਹੈ। ਧੰਨ ਕਲਗੀਧਰ ਪਾਤਸ਼ਾਹ ਦਾ ਇੱਕੋ ਬੋਲ ਹਿਰਦੇ ਤੇ ਵਸਿਆ ਸੀ, ਸਿੱਖਾ ਪਰਉਪਕਾਰ ਕਰੀ, ਦਇਆ ਕਰੀ। ਦਇਆ ਦੀ ਭਾਵਨਾ ਦੇ ਨਾਲ ਉਹਨੇ ਤੀਵੀਂ ਨੂੰ ਛਡਾਇਆ, ਉਹਦੇ ਸਿਰ ਤੇ ਦੁਪੱਟਾ ਦਿੱਤਾ ਤੇ ਘਰ ਛੱਡ ਆਇਆ। ਕੁਦਰਤੀ ਤੌਰ ਤੇ 15 ਕੁ ਦਿਨ ਬਾਅਦ ਮਕਾਲਫ ਨੂੰ ਪਤਾ ਲੱਗਾ ਵੀ ਜਿਹਦਾ ਡੰਕਾ ਮੈਂ ਕੜਕਾਉਂਦਾ ਫਿਰਦਾ ਹੈ, ਮੇਰੇ ਰਾਜ ਦੇ ਵਿੱਚ ਕਿਸੇ ਦੀ ਇੱਜ਼ਤ ਨਹੀਂ ਲੁੱਟੀ ਜਾਣੀ ਚਾਹੀਦੀ, ਮੇਰੇ ਰਾਜ ਭਾਗ ਵਿੱਚ ਚੋਰੀ ਨਹੀਂ ਹੋਣੀ ਚਾਹੀਦੀ, ਮੇਰੇ ਰਾਜ ਭਾਗ ਵਿੱਚ ਨਸ਼ਾ ਨਹੀਂ ਚਾਹੀਦਾ। ਉਸ ਰਾਜ ਭਾਗ ਦੇ ਵਿੱਚ ਇੱਕ ਇਸਤਰੀ ਦੀ ਇੱਜ਼ਤ ਲੁੱਟਣ ਲੱਗੇ ਤੇ ਇੱਕ ਗੁਰੂ ਕੇ ਸਿੱਖ ਨੇ ਬਚਾ ਲਿਆ ਹੈ। ਉਹਨੇ ਧੀ ਨੂੰ ਸੱਦਿਆ, ਧੀਏ ਤੈਨੂੰ ਪਤਾ ਉਹ ਬੰਦੇ ਕੌਣ ਸਨ? ਉਹਨੇ ਆਖਿਆ ਜੀ ਮੈਨੂੰ ਨਹੀਂ ਪਤਾ। ਚੱਲ ਧੀਏ ਇਹ ਦੱਸ ਵੀ ਜਿਹਨੇ ਤੇਰੀ ਪੱਤ ਬਚਾਈ ਤੈਨੂੰ ਪਤਾ ਉਹ ਕੌਣ ਹੈ? ਉਹਨੇ ਆਖਿਆ ਜੀ ਉਹਦਾ ਵੀ ਨਹੀਂ ਪਤਾ, ਉਹ ਦਾੜਾ ਰੱਖਿਆ ਸੀ, ਗੁਰੂ ਕਾ ਸਿੱਖ ਸੀ, ਉਹਨੇ ਦੀਨ ਦੁਨੀਆ ਦੇ ਮਾਲਕ ਕਲਗੀਧਰ ਪਾਤਸ਼ਾਹ ਦਾ ਨਾਂ ਲਿਆ ਸੀ ਜਦੋਂ ਅਰਦਾਸ ਕੀਤੀ ਹੈ। ਉਹਨੇ ਆਖਿਆ ਚੰਗਾ ਧੀਏ, ਜੇ ਕਿਤੇ ਤੇਰੇ ਕਰਮਾਂ 'ਚ ਹੋਇਆ, ਤੇਰੇ ਮੱਥੇ ਦੇ ਕਰਮ ਚੰਗੇ ਹੋਏ ਤੇ ਤੈਨੂੰ ਕਿਤੇ ਸਿੱਖ ਮਿਲਿਆ ਤੇ ਤੂੰ ਸਾਨੂੰ ਜ਼ਰੂਰ ਦੱਸੀ। ਉਹਨੇ ਸਰਕਾਰੀ ਦਰਬਾਰੇ ਤੋਂ ਡੰਕਾ ਖੜਕਾ ਦਿੱਤਾ। ਮਕਾਲਫ ਨੇ 2.5 ਲੱਖ ਦਾ ਇਨਾਮ ਦਿੱਤਾ ਜਾਵੇਗਾ, ਮਹਿਲ ਮਾੜੀਆਂ ਦੇ ਦਿੱਤੇ ਜਾਣਗੇ, ਉਹਦੇ ਰਹਿਣ ਬਸੇਰੇ ਵਾਸਤੇ ਧਰਤੀ ਦੇ ਦਿੱਤੀ ਜਾਵੇਗੀ। ਉਹ ਇੱਕ ਵੇਰਾ ਸਰਕਾਰੀ ਦਰਬਾਰੇ ਆਵੇ ਜਿਨੇ ਮੇਰੇ ਰਾਜ ਦੇ ਵਿੱਚ ਮੇਰੀ ਧੀ ਦੀ ਇੱਜ਼ਤ ਬਚਾਈ ਹੈ, ਮੇਰੀ ਧੀ ਦੀ ਇੱਜ਼ਤ। ਹੁਣ ਡੰਕਾ ਤਾਂ ਸੁਣਿਆ ਪਰ ਗਿਆ ਨਾ। 3 ਕੁ ਮਹੀਨਿਆਂ ਬਾਅਦ ਕਹਿੰਦੇ ਮਕਾਲਫ ਉਸ ਲੜਕੀ ਨੂੰ ਮਿਲਿਆ, ਧੀਏ ਤੈਨੂੰ ਕਿਤੇ ਸਿੱਖ ਮਿਲਿਆ? ਉਹਨੇ ਆਖਿਆ ਜੀ ਨਹੀਂ ਮਿਲਿਆ। ਚੰਗਾ ਧੀਏ ਜੇ ਮਿਲਿਆ ਤੇ ਜ਼ਰੂਰ ਦੱਸ ਦੇਈਂ। ਅਜੇ 2 ਦਿਨ ਲੰਘੇ ਤੇ ਉਹੀ ਗੁਰੂ ਕਾ ਸਿੱਖ ਉਸ ਲੜਕੀ ਨੂੰ ਮਿਲ ਪਿਆ। ਉਹਨੇ ਗਲ 'ਚ ਪੱਲਾ ਪਾਇਆ, ਨਮਸਕਾਰ ਕੀਤੀ, ਸੰਤ ਜੀ ਮੇਰੇ ਮਨ ਦੀ ਭਾਵਨਾ ਤੁਸੀਂ ਉਦਣ ਉੱਦਾਂ ਚਲੇ ਗਏ ਹੋ, ਮੇਰਾ ਜੀ ਕਰਦਾ ਤੁਹਾਨੂੰ ਜਲ ਪਾਣੀ ਛਕਾਂ, ਮੇਰੇ ਘਰ ਚੱਲ। ਉਸ ਰੱਬ ਦੇ ਪਿਆਰੇ ਨੂੰ ਘਰ ਖੜਿਆ, ਥੋੜਾ ਜਿਹਾ ਬਾਹਰ ਨਿਕਲੀ ਤੇ ਬਾਹਰੋਂ ਕੁੰਡਾ ਮਾਰ ਕਰਕੇ ਮਕਾਲਫ ਦੇ ਕੋਲ ਚਲੀ ਗਈ। ਕਹਿਣ ਲੱਗੀ ਰਾਜਾ ਆ, ਜਿਨੇ ਮੇਰੀ ਪੱਤ ਬਚਾਈ ਅੱਜ ਮੇਰੇ ਘਰ ਤੇ ਮੈਂ ਬਾਹਰੋਂ ਕੁੰਡਾ ਮਾਰ ਕੇ ਆਈ ਆ। ਕਹਿੰਦੇ ਮਕਾਲਫ ਨੰਗੇ ਪੈਰੀਂ ਗਿਆ, ਉਹਨੇ ਦਰਵਾਜ਼ਾ ਖੋਲ ਕਰਕੇ ਜਦੋਂ ਉਸ ਸਿੱਖ ਨੂੰ ਨਮਸਕਾਰ ਕੀਤੀ, ਨਾਲ ਹੀ 2 ਬੋਲ ਆਖੇ ਵੀ 3 ਮਹੀਨੇ ਹੋ ਗਏ ਨੇ ਡੰਕਾ ਖੜਕਾਈ ਜਾਂਦੇ ਆ, ਤੂੰ ਸਾਡੀ ਗੱਲ ਨਹੀਂ ਸੁਣਦਾ, ਅਸੀਂ ਤੈਨੂੰ ਆਖਦੇ ਜਗੀਰ ਲੈ ਲੈ, ਦੌਲਤ ਲੈ ਲੈ, ਤੂੰ ਸਾਡੇ ਰਾਜ ਵਿੱਚ ਕਿਸੇ ਦੀ ਪੱਤ ਬਚਾਈ ਹੈ ਤੇ ਤੂੰ ਮਾਇਆ ਲੈਣ ਵਾਸਤੇ ਆਇਆ ਨਹੀਂ। ਉਸ ਰੱਬ ਦੇ ਪਿਆਰੇ ਨੇ ਜਵਾਬ ਦਿੱਤਾ, ਮਕਾਲਫਾ ਤੂੰ ਮੂਰਖ ਹੈ, ਆਪਣੀ ਧੀ ਦੀ ਆਪਣੀ ਭੈਣ ਦੀ ਇੱਜ਼ਤ ਬਚਾ ਕੇ ਕੋਈ ਮਾਇਆ ਥੋੜੀ ਮੰਗਦਾ ਹੈ। ਉਹਨੇ ਆਖਿਆ ਧੀ ਕਿਵੇਂ? ਰੱਬ ਦੇ ਪਿਆਰੇ ਨੇ ਆਖਿਆ ਜਦੋਂ ਸਾਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਗਈ, ਸਾਨੂੰ 5 ਪਿਆਰਿਆਂ ਨੇ ਆਖਿਆ ਸੀ ਪਰ ਨਾਰੀ ਤੀ ਭੈਣ ਬਖਾਣੇ, ਸਾਡੀਆਂ ਸਾਰੀਆਂ ਧੀਆਂ ਨੇ ਬਰਾਬਰ ਦੀਆਂ ਵੱਡੀਆਂ ਮਾਵਾਂ ਨੇ, ਤੇ ਆਪਣੀ ਧੀ ਦੀ ਪੱਤ ਬਚਾ ਕਰਕੇ ਮਕਾਲਫ ਪੈਸੇ ਕੌਣ ਲੈਂਦਾ ਈ। ਜਦੋਂ ਇੰਨੀ ਗੱਲ ਆਖੀ ਤੇ ਉਹਦੇ ਸੱਟ ਵੱਜ ਗਈ, ਉਹਨੇ ਗਵਰਨਰ ਤੋਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਮੁੜ ਕੇ ਅੰਮ੍ਰਿਤ ਛਕ ਲਿਆ। ਗੁਰੂ ਕੇ ਸਿੱਖੋ, ਉਹਨੇ ਸਿੱਖ ਰਾਜ ਲਿਖਿਆ। ਸਿੱਖ ਰਾਜ ਕਿੱਡੀ ਵੱਡੀ ਸੱਟ ਹੈ। ਇੱਕ ਪਰ ਉਪਕਾਰ ਤੇ ਸੰਤ ਲੋਕ ਚੌਂਕੜਾ ਮਾਰ ਕੇ ਬੈਠੇ ਸਨ।
ਉਹਨਾਂ ਨੇ ਆਪਣੇ ਅਗੇਰੇ ਸੁੱਕੀ ਲੱਕੜ ਗੱਡੀ ਹੈ। ਰਾਜੇ ਦਾ ਰਾਜਕੁੰਵਰ ਘੋੜੇ ਤੇ ਚੜ੍ਹ ਕੇ ਆਇਆ, ਉਹਨੇ ਸੰਤ ਨੂੰ ਬੇਨਤੀ ਕੀਤੀ, ਸੰਤਾ ਕੀ ਗੱਲ ਹੈ? ਇਹ ਜੰਗਲ ਵਿੱਚ ਬੈਠਾ ਘਣਾ ਸਾਣ ਜੰਗਲ ਹੈ, ਮੈਂ ਸ਼ਿਕਾਰ ਖੇਡਣ ਵਾਸਤੇ ਆਇਆ ਤੇ ਤੇਰੇ ਗਾੜੀ ਸੁੱਕੀ ਲੱਕੜ ਗੱਡੀ ਹੈ। ਉਸ ਬਾਬੇ ਨੇ ਆਖਿਆ, ਪੁੱਤਰਾ ਮੈਂ ਘਰ-ਬਾਰ ਛੱਡ ਕੇ ਆ ਗਿਆ ਈ, ਮੇਰਾ ਦਾਵਾ ਹੈ ਜਦੋਂ ਮੈਂ ਇੱਥੇ ਚੌਂਕੜਾ ਮਾਰ ਕੇ ਬਾਂਗਾ, ਜਦੋਂ ਮੇਰੀ ਬੰਦਗੀ ਕਾਮਯਾਬ ਹੋ ਗਈ, ਜਦੋਂ ਮੇਰੀ ਪ੍ਰਮਾਤਮਾ ਨਾਲ ਪੀਡੀ ਗੰਢ ਪੈ ਗਈ, ਉਦੋਂ ਜਿਹੜੀ ਸਾਹਮਣੇ ਸੁੱਕੀ ਲੱਕੜ ਗੱਡੀ ਇਹ ਹਰੀ ਹੋ ਜਾਏਗੀ, ਹਰੀ। ਰਾਜੇ ਦੇ ਪੁੱਤਰ ਨੇ ਉਤਰ ਕੇ ਪੁੱਛਿਆ, ਸੰਤਾ ਕਿੰਨਾ ਕੁ ਚਿਰ ਲੱਗਦਾ ਹੈ, ਕਿੰਨਾ ਕੁ ਸਮਾਂ ਲੱਗਦਾ ਹੈ? ਉਹਨੇ ਆਖਿਆ, ਸਮਾਂ ਤਾਂ ਕੁਝ ਨਹੀਂ, ਪਰ ਮੇਰੇ ਦੋ ਵੱਡੇ ਮਹਾਤਮਾ ਬੈਠੇ ਸਨ, ਇੱਕ ਸੰਤ ਨੂੰ 12-12 ਸਾਲ ਲੱਗੇ, 12-12 ਸਾਲ। ਆ ਸਾਹਮਣੇ ਜਿਹੜੇ ਤੂੰ ਰੁੱਖ ਵੇਖਦਾ ਹੈ, ਇਹ ਮੇਰੇ ਵੱਡੇ ਮਹਾਤਮਾ ਨੇ ਸੁੱਕੀਆਂ ਲੱਕੜਾਂ ਗੱਡੀਆਂ ਸਨ। ਬੰਦਗੀ ਕਰਦਿਆਂ ਕਰਦਿਆਂ 12 ਸਾਲ ਲੰਘ ਗਏ, 12 ਸਾਲ। 12 ਸਾਲਾਂ ਬਾਅਦ ਰੁੱਖ ਹਰੇ ਹੋ ਗਏ, ਮੈਂ ਵੀ ਸੁੱਕੀ ਲੱਕੜ ਗੱਡੀ ਹੈ। 12 ਸਾਲਾਂ ਬਾਅਦ ਮੇਰੀ ਲੱਕੜ ਨੂੰ ਰੰਗ ਲੱਗ ਜਾਏਗਾ, ਮੇਰੀ ਲੱਕੜ ਹਰੀ ਹੋ ਜਾਏਗੀ। ਹੁਣ ਜਿਹੜਾ ਰਾਜੇ ਦਾ ਲੜਕਾ ਸੀ ਉਹ ਘਰ ਵਿੱਚੋਂ ਬੇਰਾਮ ਹੈ, ਰਾਜ ਭਾਗ ਦਾ ਨਸ਼ਾ ਉਹਨੇ ਮਾਣਿਆ ਸੀ, ਉਹਦਾ ਜੀ ਕਰਦਾ ਸੀ ਕਿਤੇ ਜੰਗਲ 'ਚ ਜਾ ਕੇ ਤੇ ਬੰਦਗੀ ਕਰਾਂ। ਉਹਨੇ ਸੰਤ ਨੂੰ ਕਿਹਾ, ਸੰਤ ਜੀ ਜੇ ਮੈਂ ਬੰਦਗੀ ਕਰਨੀ ਹੋਵੇ ਤੇ? ਉਹਨੇ ਆਖਿਆ, ਪੁੱਤਰਾ ਤੁਸੀਂ ਰਾਜੇ ਦੇ ਲੜਕੇ ਹੋ, ਤੁਹਾਡੇ ਕੋਲ ਥੋੜੀ ਬੰਦਗੀ ਹੋਣੀ, ਤੁਸੀਂ ਤਾਂ ਰਾਜ ਭਾਗ ਵੇਖਦੇ ਹੋ। ਮਨ ਤੇ ਸੱਟ ਵੱਜੀ, ਉਹਨੇ ਬਰਛਾ ਹੱਥ ਵਿੱਚ ਲਿਆ ਤੇ ਖਿੱਚ ਕੇ ਧਰਤੀ ਤੇ ਮਾਰਿਆ, 2.5 ਫੁੱਟ ਬਰਛਾ ਧਰਤੀ 'ਚ ਚਲਿਆ ਗਿਆ। ਸੰਤ ਦੇ ਲਾਗੇ ਚੌਂਕੜਾ ਮਾਰ ਕੇ ਬਹਿ ਗਿਆ। ਸੰਤਾ ਜਿਵੇਂ ਤਿਵੇਂ ਤੂੰ ਬੰਦਗੀ ਕਰੇਗਾ, ਉਵੇਂ ਤਿਵੇਂ ਮੈਂ ਬੰਦਗੀ ਕਰਾਂਗਾ। ਕਹਿੰਦੇ ਜਦੋਂ ਚੌਂਕੜਾ ਮਾਰਿਆ, ਅਜੇ ਸ਼ਾਮਾਂ ਪਈਆਂ ਤੇ ਰਾਤ ਦਾ ਹਨੇਰਾ ਹੋਣ ਲੱਗਾ, ਇੱਕ ਲੜਕੀ ਦੀ ਆਵਾਜ਼ ਜੰਗਲ ਵਿੱਚੋਂ ਆਈ। ਹੁਣ ਰਾਜੇ ਦੇ ਲੜਕੇ ਨੇ ਸੰਤ ਨੂੰ ਕੂਹਣੀ ਮਾਰੀ, ਸੰਤ ਜੀ ਤੁਹਾਨੂੰ ਕੋਈ ਆਵਾਜ਼ ਸੁਣੀ ਹੈ? ਤੇ ਗਾੜੀਆਂ ਬਾਬੇ ਨੇ ਆਖਿਆ, ਆਵਾਜ਼ਾਂ ਛੱਡ ਕੇ ਤਾਂ ਘਰੋਂ ਆਏ ਆ, ਤੇ ਜੇ ਆਵਾਜ਼ ਹੀ ਸੁਣਨੀ ਤੇ ਜੰਗਲ 'ਚ ਆਉਣ ਦਾ ਕੀ ਫਾਇਦਾ ਹੈ? ਮੈਂ ਨਹੀਂ ਸੁਣੀ। ਰਾਜੇ ਦੇ ਲੜਕੇ ਨੇ ਆਵਾਜ਼ ਸੁਣੀ ਸੀ, ਤਲਵਾਰ ਬੇਮਿਆਨੀ ਕੀਤੀ, ਉੱਥੇ ਚਲਿਆ ਗਿਆ ਜਿੱਥੋਂ ਆਵਾਜ਼ ਆਉਂਦੀ ਹੈ। ਇੱਕ ਲੜਕੀ ਬੇਪਤ ਉਹਦੀ ਇੱਜ਼ਤ ਲੁੱਟਣ ਵਾਸਤੇ ਉਹਨੂੰ ਜੰਗਲ ਵਿੱਚ ਲੈ ਕੇ ਆਂਦਾ। ਉਹਨੇ ਗਤਕਾਈ ਦੀ ਤਰ੍ਹਾਂ ਪੈਂਤੜਾ ਮਾਰਿਆ, ਤਲਵਾਰ ਦੇ ਨਾਲ ਭਰਵੇਂ ਅਵਾਰ ਕੀਤੇ ਤੇ ਉਹਨਾਂ ਤਿੰਨਾਂ ਨੂੰ ਮਾਰ ਕੇ ਰੱਖ ਦਿੱਤਾ। ਧੀ ਦੇ ਸਿਰ ਤੇ ਦੁਪੱਟਾ ਦਿੱਤਾ, ਉਹਨੂੰ ਘਰ ਛੱਡ ਕੇ ਆਇਆ। ਜਦੋਂ ਘਰ ਛੱਡ ਕੇ ਸੰਤ ਕੋਲ ਗਿਆ ਤੇ ਕੀ ਵੇਖਦਾ, ਜਿਹੜੇ ਸਵੇਰੇ ਬਰਛਾ ਗੱਡਿਆ ਸੀ ਉਹਨੂੰ ਕਰੂੰਬਲਾਂ ਨਿਕਲਾਈਆਂ ਨੇ, ਉਹ ਹਰਿਆ ਹੋ ਗਿਆ ਹੈ। ਇੱਕ ਚੰਗਾ ਕਰਮ 12 ਸਾਲ ਦੀ ਬੰਦਗੀ ਨੂੰ ਮਾਤ ਪਾ ਕੇ ਰੱਖ ਦਿੰਦਾ ਹੈ। ਗੁਰੂ ਕੇ ਸਿੱਖੋ, ਮੈਂ ਵਾਰ-ਵਾਰ ਤਕੀਦ ਕਰਦਾ ਹੈ, ਫਿਲਮਾਂ ਤੁਸੀਂ ਵੀ ਵੇਖਦੇ ਹੋ, ਇੱਕ ਬੇੜਾ ਗਰਕ ਸਰਕਾਰ ਤੁਹਾਡਾ ਫੇਰ ਕਰਨ ਜਾ ਰਹੀ ਜੇ। ਤੁਹਾਡੇ ਬੱਚਿਆਂ ਦੇ ਸਕੂਲ ਬੰਦ ਕਰਕੇ ਪਹਿਲਾਂ 1 ਸਾਲ ਪਹਿਲਾਂ ਤੁਹਾਡੇ ਬੱਚਿਆਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। 14-14 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਰੱਖ ਦਿੱਤਾ ਹੈ। 15-15 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਫੜਾ ਕੇ ਰੱਖ ਦਿੱਤਾ ਹੈ। ਕਿਹੜੀ ਪੜ੍ਹਾਈ ਦੀ ਗੱਲ ਕਰਦੇ ਹੋ? ਇਹ ਤਾਂ ਕਿਤਾਬਾਂ ਤੋਂ ਪੜ੍ਹਨਾ ਬੜਾ ਔਖਾ ਹੈ, ਮੋਬਾਈਲ ਤੋਂ ਕੌਣ ਪੜ੍ਹੇਗਾ? ਮੋਬਾਈਲ ਤੋਂ ਕੇਵਲ ਤੇ ਕੇਵਲ ਪੜ੍ਹਾਈ ਆਉਂਦੀ ਹੋਵੇ ਤੇ ਮਨੁੱਖ ਪੜ੍ਹ ਸਕਦਾ ਹੈ, ਪਰ ਗੁਰੂ ਕੇ ਸਿੱਖੋ ਮੋਬਾਈਲ ਤੇ ਹੋਰ ਬਹੁਤ ਕੁਝ ਆਉਂਦਾ ਹੈ। ਜਦੋਂ ਇਸ ਰੰਗਲੀ ਦੁਨੀਆ ਵਿੱਚ ਮਨੁੱਖ ਵੜ ਜਾਂਦਾ ਜੇ ਤੁਹਾਡੀ ਪਨੀਰੀ ਚਲੀ ਗਈ ਪੱਲੇ ਕੱਖ ਵੀ ਨਹੀਂ ਰਵੇਗਾ, ਕਿਉਂਕਿ ਜੁਰਤ ਨਾਲ ਗੱਲ ਕਰਨੀ ਹੈ। ਜਿਹਦਾ ਬੱਚਾ ਹੀ ਨਾ ਪੜਿਆ, ਪਲੀਏ ਤੋਂ ਗਾੜੀ ਕਿਵੇਂ ਜਾਵੇਗਾ? ਲਖਨਊ ਤੋਂ ਗਾੜੀ ਕਿਵੇਂ ਜਾਵੇਗਾ? ਸਰਕਾਰ ਦਾ ਕੰਮ ਹੈ ਇਹਨਾਂ ਦੀ ਪਨੀਰੀ ਨੂੰ ਬਰਬਾਦ ਕਰ ਦਿੱਤਾ ਜਾਵੇ, ਮੁੜ ਕੇ ਇਹਨਾਂ ਤੇ ਡੰਡਾ ਰੱਖ ਕਰਕੇ ਸ਼ੈਸ਼ਨ ਰਾਜ ਕੀਤਾ ਜਾਵੇ, ਰਾਜਾ ਰਾਜ ਕੀਤਾ ਜਾਵੇ। ਜਿਹੜੇ ਛਿੱਤਰ ਵਿੱਚ ਅਸੀਂ ਆਖੀਏ ਇਹ ਪਾਣੀ ਪੀਣ, ਜਿਹੜੇ ਛਿੱਤਰ ਵਿੱਚ ਆਖੀਏ ਜਿੱਥੇ ਆਖੀਏ ਉਹ ਉੱਥੇ ਬਹਿ ਜਾਣ। ਇਹਨਾਂ ਦੀ ਹਾਲਤ ਡੰਗਰਾਂ ਵਾਲੀ ਹੋ ਜਾਏ। ਪਰ ਸਰਕਾਰ ਨੂੰ ਇਹ ਨਹੀਂ ਪਤਾ ਜਿਨ੍ਹਾਂ ਨਾਲ ਇਹਨਾਂ ਦਾ ਮੱਥਾ ਲੱਗਾ ਇਹ ਚੀਜ਼ ਕੀ ਨੇ। ਕਹਿੰਦੇ ਨੇ ਇੱਕ ਰਾਜੇ ਨੇ ਬੱਕਰੀ ਰੱਖ ਲਈ, ਬੱਕਰੀ ਉਹ ਰਾਜੇ ਨੇ ਤਕੀਦ ਕਰ ਦਿੱਤੀ। ਉਹਨੇ ਆਖਿਆ ਮੇਰੀ ਬੱਕਰੀ ਨੂੰ ਰਜਾਉਣਾ ਹੈ, ਤੇ ਜਿਨ੍ਹਾਂ ਨੇ ਬੱਕਰੀਆਂ ਰੱਖਣੀਆਂ ਉਹ ਸਾਰੇ ਆ ਜਾਓ। ਦੁਨੀਆ ਦੇ ਲੋਕ ਗਏ, ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਉਹਨਾਂ ਨੂੰ ਪਤਾ ਸੀ ਵੀ ਇਹਨੇ ਕਿਤੇ ਕਿੰਨੇ ਕੁ ਪੱਠੇ ਖਾਣੇ ਨੇ। ਹੁਣ ਜਦੋਂ ਰਾਜੇ ਨੇ ਇੰਨੀ ਗੱਲ ਕੀਤੀ ਤੇ ਮੁੜ ਕੇ ਉਹਨੇ ਆਖਿਆ ਵੀ ਇੱਕ ਗੱਲ ਹੈ, ਬੱਕਰੀ ਨੂੰ ਤੁਸੀਂ ਰਜਾ ਕੇ ਲੈ ਆਉਣਾ ਹੈ, ਮੁੜ ਕੇ ਮੇਰੇ ਕੋਲ ਲੈ ਆਉਣਾ, ਤੇ ਜੇ ਮੈਂ ਮੁੜ ਕੇ ਬੱਕਰੀ ਨੂੰ ਪੱਠੇ ਪਾਏ, ਜੇ ਬੱਕਰੀ ਨੇ ਮੂੰਹ ਮਾਰ ਲਿਆ ਤੇ ਮੈਂ ਉਹਨੂੰ ਜੇਲ੍ਹ ਵਿੱਚ ਬੰਦ ਕਰ ਦਿਆਂਗਾ। ਹੁਣ ਗੁਰੂ ਕੇ ਸਿੱਖੋ, ਲਾਲਚ ਦੀ ਮਾਰੀ ਕੜ ਟੁੱਟ ਗਏ ਬੱਕਰੀ ਦੇ। ਜੁਨਾਨ ਤੋਂ ਚੜ੍ਹ ਕਰਕੇ ਸਿਕੰਦਰ ਇਸ ਮੋਦੀ ਦੀ ਤਰ੍ਹਾਂ ਆਇਆ, ਪਰ ਪੱਲੇ ਕੱਖ ਨਹੀਂ ਪਿਆ। ਉਹਨੂੰ ਇਹ ਨਹੀਂ ਪਤਾ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਅਤ ਸੁੰਦਰ ਕੁਲੀਨ ਚਤਰ
ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਰਾਜੇ ਰਾਵਣ ਦੀ ਸੋਨੇ ਦੀ ਲੰਕਾ, ਦੁਨੀਆ ਦੇ ਲੋਕ ਉਹਦਾ ਅੱਗਾ ਪਿੱਛਾ ਪਾਣੀ ਭਰਦੇ ਫਿਰਦੇ ਨੇ। ਜਿੱਧਰ ਦੀ ਲੰਘਦਾ ਦੁਨੀਆ ਦੇ ਲੋਕ ਪੈਰਾਂ ਦੇ ਥੱਲੇ ਹੱਥ ਦਿੰਦੇ ਨੇ। ਬੇਸ਼ੁਮਾਰ ਮਾਇਆ ਹੈ, ਚੰਗੀ ਕੁੱਲ ਵਿੱਚ ਜਨਮ ਹੈ, ਪਰ ਉਹਨੂੰ ਇਹ ਨਹੀਂ ਪਤਾ ਲੱਗਾ ਪਰਮਾਤਮਾ ਦੀਨ ਦੁਨੀਆ ਦਾ ਮਾਲਕ, ਇਸ ਸ੍ਰਿਸ਼ਟੀ ਦਾ ਰਚਨਹਾਰ ਹੈ। ਉਹ ਹਰ ਇੱਕ ਜਗ੍ਹਾ ਵਿੱਚ ਰਮਿਆ ਹੋਇਆ ਹੈ। ਪਰਮਾਤਮਾ ਨੇ ਕਰਵਟ ਲਈ ਰਾਮ ਦੇ ਰੂਪ ਵਿੱਚ, ਰਾਵਣ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਇਹਨੂੰ ਕਹਿੰਦੇ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਹੁਣ ਜਦੋਂ ਕੋਈ ਬੱਕਰੀ ਨੂੰ ਪੱਠੇ ਪਾਇਆ ਕਰੇ, ਬੱਕਰੀ ਫੇਰ ਮੂੰਹ ਮਾਰ ਦਿਆ ਕਰੇ, ਫੜ ਕੇ ਜੇਲ੍ਹ 'ਚ ਦੇ ਦਿਆ ਕਰੇ। ਇਵੇਂ ਕਰਦਿਆਂ ਕਰਦਿਆਂ 3 ਮਹੀਨੇ ਲੰਘ ਗਏ। 3 ਮਹੀਨੇ ਰਾਜੇ ਨੇ ਡੰਕੇ ਤੇ ਚੋਟ ਮਾਰੀ। ਕੋਈ ਹੋਰ ਹੈ ਜਿਹਨੇ ਬੱਕਰੀਆਂ ਰੱਖਣੀਆਂ ਨੇ? ਅਹਿਲਕਾਰ ਨੇ ਉੱਠ ਕੇ ਆਖਿਆ ਵੀ ਇੱਕ ਜੱਟ ਹੈਗਾ ਜੇ, ਜਿਹੜਾ ਕਿਰਤੀ ਸਿੱਖ ਹੈ, ਜਿਹੜਾ ਕਿਸਾਨੀ ਦਾ ਧੰਦਾ ਕਰਦਾ ਹੈ, ਉਹਨੇ ਵੀ 2 ਬੱਕਰੀਆਂ ਰੱਖੀਆਂ। ਜੇ ਤੁਹਾਡਾ ਹੁਕਮ ਹੋਵੇ ਤੇ ਲੈ ਆਈਏ। 70 ਸਾਲ ਦਾ ਬਾਬਾ ਜਦੋਂ ਲਿਆਂਦਾ, ਰਾਜੇ ਨੇ ਬੱਕਰੀ ਫੜਾ ਦਿੱਤੀ। ਉਹਨੇ ਆਖਿਆ ਬੱਕਰੀ ਲੈ ਜਾ, ਇਹਨੂੰ ਰਜਾ ਕੇ ਲਿਆ, ਤੇ ਜਦੋਂ ਸਵੇਰੇ ਲਿਆਵੇਂਗਾ, ਜੇ ਤੇਰੀ ਬੱਕਰੀ ਨੇ ਫੇਰ ਹਰੇ ਨੂੰ ਮੂੰਹ ਮਾਰ ਦਿੱਤਾ, ਤੈਨੂੰ ਜੇਲ੍ਹ 'ਚ ਬੰਦ ਕਰ ਦਿਆਂਗਾ। ਹੁਣ ਉਸ ਰੱਬ ਦੇ ਪਿਆਰੇ ਜੱਟ ਨੇ ਵੇਖਿਆ ਵੀ ਬੱਕਰੀ ਦਾ ਅਸੂਲ ਕੀ ਹੈ। ਉਹਨੇ ਹਰੇ ਪੱਠੇ ਪਾਏ, ਇੱਕ ਵੇਰਾ ਰਜਾ ਦਿੱਤੀ ਤੇ ਕੋਲ ਖਲੋ ਕੇ ਕੰਨ ਚਾਕ ਦਿੱਤਾ ਵੀ ਗੱਲ ਸੁਣ ਲੈ ਮੇਰੀ, ਮੈਂ ਤੈਨੂੰ ਸਵੇਰੇ ਰਜਾ ਕੇ ਰਾਜੇ ਕੋਲ ਖੜਨਾ ਹੀ। ਜੇ ਕਿਤੇ ਤੂੰ ਫੇਰ ਉਹਦੇ ਕੋਲੋਂ ਹਰਿਆ ਮੰਗ ਲਿਆ ਤੇ ਮੁੜ ਕੇ ਵੇਖੀ ਤੇਰਾ ਬਣਦਾ ਕੀ ਹੈ। ਪਹਿਲਾਂ ਤਜਰਬਾ ਮੈਂ ਕਰਾਂਗਾ। ਉਹਨੇ ਬੱਕਰੀ ਰਜਾਈ, ਜਦੋਂ ਹਰਿਆ ਗਾੜੀਆਂ ਦੀ ਕੱਢਿਆ, ਉਹਨੇ ਮੂੰਹ ਮਾਰਿਆ 2.5 ਫੁੱਟ ਦੀ ਪੁਰਾਣੀ ਤੇ ਨਾਸਾਂ ਤੇ ਮਾਰੀ। ਇਵੇਂ ਤਿਵੇਂ ਕਰਦਿਆਂ 12 ਘੰਟੇ ਲੰਘੇ। 12 ਘੰਟੇ ਜਦੋਂ ਹਰੇ ਨੂੰ ਮੂੰਹ ਮਾਰਿਆ ਕਰੇ, ਨਾਸਾਂ ਤੇ ਪ੍ਰਾਣੀ ਆਇਆ ਕਰੇ। ਜਦੋਂ ਹਰੇ ਨੂੰ ਮੂੰਹ ਮਾਰਿਆ ਕਰੇ, ਨਾਸਾਂ ਤੇ ਪ੍ਰਾਣੀ। 12 ਘੰਟਿਆਂ ਦਾ ਤਜਰਬਾ ਬੱਕਰੀ ਦਾ। ਉਹਨੇ ਆਖਿਆ ਮੈਨੂੰ ਪੈਂਦੀਆਂ ਹਰੇ ਤੋਂ ਨੇ, ਆਪਾਂ ਹਰੇ ਵੱਲ ਜਾਣਾ ਹੀ ਨਹੀਂ। ਜਦੋਂ ਰਜਾ ਕੇ ਖੜੀ, ਰਾਜੇ ਨੇ ਹਰਾ ਗਾੜੀ ਕੀਤਾ ਤੇ ਬੱਕਰੀ ਨੇ ਮੂੰਹ ਮੋੜ ਲਿਆ। ਇਦਾਂ ਨਹੀਂ ਮੋੜਿਆ ਵੀ ਬੱਕਰੀ ਰੱਜ ਗਈ ਆ, ਪ੍ਰਾਣੀ ਤੋਂ ਡਰਦੀ ਹੈ, ਡਾਂਗ ਤੋਂ ਡਰਦੀ ਹੈ। ਕੁਝ ਲੋਕ ਡਾਂਗ ਤੋਂ ਜਰਿਆ ਕਰਦੇ ਨੇ। ਇਹਨੂੰ ਪਤਾ ਨਹੀਂ ਵੀ ਇਹਦਾ ਵਾਹ ਜੱਟਾਂ ਨਾਲ ਪੈ ਜਾਣਾ ਹੈ, ਪਤਾ ਨਹੀਂ ਇਹਨਾਂ ਕਰ ਕੀ ਦੇਣਾ ਹੈ। ਮੈਂ ਹੱਥ ਬੰਨ ਕਰਕੇ ਬੇਨਤੀ ਕਰਾਂ, ਮੇਰਾ ਸਮਾਂ ਸਮਾਪਤੀ ਵੱਲ ਵਧਦਾ ਜਾਂਦਾ ਜੇ। ਗੁਰੂ ਕੇ ਸਿੱਖੋ, ਮੇਰੀ ਹੱਥ ਬੰਨ ਕਰਕੇ ਬੇਨਤੀ ਹੈ ਤੁਹਾਨੂੰ ਮਰਦਾਂ ਨੂੰ, ਮਹਾਂਪੁਰਸ਼ਾਂ ਨੇ ਉਸ ਬਾਰਡਰ ਦੇ ਉੱਤੇ ਗੁਰੂ ਕਾ ਲੰਗਰ ਲਾਇਆ ਜੇ। ਉਸੇ ਦਿਨ ਤੋਂ, ਜਿੱਦਣ ਤੋਂ ਮੋਰਚਾ ਆਰੰਭ ਹੋਇਆ ਜੇ, ਮੋਰਚਾ ਆਰੰਭ। ਤੁਸੀਂ ਡਰਦੇ ਹੋ ਵੀ ਤੁਹਾਡੇ ਸੰਮਣ ਜਾਰੀ ਹੋ ਜਾਣਗੇ। ਮੈਂ ਕੱਲ ਵੀ ਗੱਲ ਕੀਤੀ ਸੀ, ਸ਼ੇਰ ਪਿੰਜਰੇ ਵਿੱਚ ਹੋਇਆ ਕਰਦਾ ਹੈ। ਜਿਹੜੇ ਸੰਮਣਾਂ ਦੀ ਤੁਸੀਂ ਗੱਲ ਕਰਦੇ ਹੋ, ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਬੈਠੇ ਨੇ। ਗੱਲ 93 ਦੀ ਹੈ। ਜਦੋਂ ਸਰਕਾਰ ਤੇ ਡੰਕਾ ਤੇਜ਼ ਹੈ, ਸਰਕਾਰੀ ਤਸ਼ੱਦਦ ਦਾ ਜ਼ੋਰ ਹੈ, ਇਹਨਾਂ ਸੰਤਾਂ ਨੂੰ ਕੇਵਲ ਤੇ ਕੇਵਲ ਇੱਕੇ ਅਸੂਲ ਵਿੱਚ ਫੜ ਲਿਆ ਗਿਆ ਵੀ ਤੁਸੀਂ ਡੇਰੇ ਵਿੱਚ ਸਿੰਘਾਂ ਦੇ ਆਉਣ ਤੇ ਪ੍ਰਸ਼ਾਦਾ ਕਿਉਂ ਛਕਾਉਂਦੇ ਹੋ। ਗੁਰੂ ਕੇ ਸਿੱਖੋ, ਇਹ ਕੇਵਲ ਤੇ ਕੇਵਲ ਇੰਨੀ ਗੱਲ ਹੈ। ਧਰਮ ਯੁੱਧ ਜਦੋਂ ਮੋਰਚਾ ਲੱਗਾ ਹੋਵੇ, ਗੱਲ ਉਹਦੇ ਮੋਢਿਆਂ ਤੇ ਆ ਜਾਂਦੀ ਜਿਹੜਾ ਪਹਿਲਬਾਨੀ ਕਰਦਾ ਹੈ। ਇਸ ਕਰਕੇ ਇੱਥੇ ਸਾਰਿਆਂ ਦਾ ਫਰਜ਼ ਬਣਦਾ ਜੇ ਆਪਾਂ ਆਪਣੇ ਜਜ਼ਬੇ ਵਿੱਚ ਰਹਿ ਕਰਕੇ, ਆਪਣੇ ਜੋਸ਼ ਵਿੱਚ ਰਹਿ ਕਰਕੇ, ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਕਰਕੇ, ਉਹਦੀ ਆਗਿਆ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰਨਾ ਕਰੀਏ। ਗੁਰੂ ਕੇ ਸਿੱਖੋ, ਤੁਸੀਂ ਜਿੰਨੇ ਵੀ ਬੈਠੇ ਹੋ, ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਔਲਾਦ, ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਮੇਂ ਦੀ ਸਰਕਾਰ ਨੂੰ ਵੰਗਾਰ ਕੇ ਆਖਿਆ ਸੀ, ਸਮੇਂ ਦੀ ਸਰਕਾਰੇ, ਜੇ ਤੇਰਾ ਡੰਗ ਤੇਜ਼ ਹੈ ਤੇ ਗੁਰੂ ਕਾ ਖਾਲਸਾ ਏਡਾ ਅੜੀਅਲ ਹੋਵੇਗਾ, ਇਹ ਤੇਰੇ ਡੰਗ ਦੇ ਗਾੜੀ ਝੁਕੇਗਾ ਨਹੀਂ, ਤੇਰੇ ਜ਼ੋਰ ਦੇ ਅਗੇਰੇ ਨਹੀਂ ਝੁਕੇਗਾ। ਤੇ ਗੁਰੂ ਕੇ ਸਿੱਖੋ, ਧੰਨ ਕਲਗੀਧਰ ਪਾਤਸ਼ਾਹ ਨੇ ਜਿਹੜੇ ਖਾਲਸੇ ਦੀ ਸਥਾਪਨਾ ਕੀਤੀ, ਉਹ ਨਾ ਕਿਸੇ ਦੇ ਅਗੇਰੇ ਝੁਕਿਆ ਜੇ, ਉਹ ਕੱਲਾ ਹੀ ਬਹੁਤ ਹੈ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਤਰਨਤਾਰਨ ਰੋਡ ਦੇ ਵਿੱਚ 2 ਮਰਦਾਂ ਨੇ ਤੁਰਿਆਂ ਜਾਂਦਿਆਂ ਟਾਲੀ ਦਾ ਡੰਡਾ ਤੋੜ ਕਰਕੇ ਹੱਥ ਵਿੱਚ ਲੈ ਕੇ ਧਰਤੀ ਤੇ ਗੱਡ ਕੇ ਤੇ ਨਾਲ ਉਹਦੇ ਝੰਡਾ ਲਾ ਦਿੱਤਾ। ਉੱਥੇ ਬਹਿ ਗਏ। ਸਰਕਾਰੀ ਗੱਡੇ ਡੱਕੀ ਜਾਂਦੇ ਨੇ, ਖਾਲਸੇ ਦਾ ਰਾਜ ਪੈਦਾ ਕਰਕੇ ਰੱਖ ਦਿੱਤਾ। ਇਹ ਉਹਨਾਂ ਦੀ ਗੱਲ ਹੋਇਆ ਕਰਦੀ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਜਜ਼ਬਾ, ਪ੍ਰਮਾਤਮਾ ਦੇ ਨਾਮ ਦੀ ਰੰਗਤ ਤੇ ਪ੍ਰਮਾਤਮਾ ਦੇ ਨਾਮ ਦਾ ਚਾਅ ਚੜ ਜਾਂਦਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਸੰਸਾਰ ਦੇ ਅੰਦਰ ਪ੍ਰਮਾਤਮਾ ਨੇ ਸਾਨੂੰ ਕਿਸ ਵਾਸਤੇ ਭੇਜਿਆ ਜੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰੱਬ ਦੇ ਪਿਆਰਿਆਂ ਦੀ ਬੰਦਗੀ ਵਾਲਿਆਂ ਦੀ ਕੱਲੀ ਕੱਲੀ ਗੱਲ ਧਿਆਨ ਮੰਗਦੀ ਜੇ ਧਿਆਨ ਦੇ ਨਾਲ ਤੁਹਾਡੇ ਅੰਦਰ ਵੀ ਜਜ਼ਬਾ ਹੋਵੇ ਅਸੀਂ ਕਰਨਾ ਕੀ ਹੈ। ਇਹ ਨਾ ਹੋਵੇ ਤੁਸੀਂ ਲਕੀਰ ਦੇ ਫਕੀਰ ਹੋ ਜਾਓ ਮੁੜ ਕੇ ਆਪਣੇ ਆਪ ਨੂੰ ਖੋ ਦਿਓ ਤੁਹਾਨੂੰ ਇਹ ਨਾ ਪਤਾ ਲੱਗੇ ਮੈਂ ਤਾਂ ਇਹਨਾਂ ਅੱਖਾਂ ਦੇ ਨਾਲ ਵਕੀਲ ਵੇਖੇ ਪੱਥਰਾਂ ਦੇ ਗਾੜੀ ਅਰਦਾਸ ਕਰਦੇ। ਵਕੀਲ ਹੋਵੇ ਦੁਨੀਆ ਦੇ ਲੋਕਾਂ ਦੇ ਜੀਵਨ ਦਾ ਕੇਸ ਲੜਦਾ ਹੋਵੇ ਆਪ ਪੱਥਰਾਂ ਨੂੰ ਮੱਥਾ ਟੇਕਦਾ ਹੋਵੇ ਤੇ ਗੱਲ ਨਹੀਂ ਫੱਬਦੀ। ਗਾਤਰਿਆਂ ਵਾਲੇ ਵੀਰਵਾਰ ਬੁਝੇ ਦੀਵੇ ਜਗਾਉਣ ਜਾਂਦੇ ਨੇ ਮੱਟਾਂ ਤੇ ਜਾਂਦੇ ਨੇ। ਸੰਤ ਜੀ ਕਹਿੰਦੇ ਇਹ ਧਿਆਨ ਤੁਹਾਨੂੰ ਰੱਖਣਾ ਪਵੇਗਾ। ਜਿਵੇਂ ਆਪਾਂ ਪੰਜਾਬੀ ਵਿੱਚ ਇੱਕ ਕਹਾਵਤ ਪੜ੍ਹਦੇ ਆ ਜਿੰਨਾ ਗੁੜ ਓਨਾ ਮਿੱਠਾ। ਜਿੰਨਾ ਤੁਸੀਂ ਪ੍ਰਮਾਤਮਾ ਨਾਲ ਪਿਆਰ ਕਰੋਗੇ ਓਨਾ ਹੀ ਪ੍ਰਮਾਤਮਾ ਤੁਹਾਡੇ ਵੱਲ ਨੂੰ ਆਵੇਗਾ। ਗੁਰੂ ਕੇ ਸਿੱਖੋ ਨਹੀਂ ਤੇ ਗੁਲਾਮੀ ਦੀ ਜ਼ਿੰਦਗੀ ਏਡੀ ਕਮਾੜੀ ਹੈ। ਇੱਕ ਵੇਰਾ ਮਨੁੱਖ ਗੁਲਾਮ ਦੀ ਜ਼ਿੰਦਗੀ ਵਿੱਚ ਚਲਿਆ ਜਾਵੇ ਸਾਰੀ ਉਮਰ ਮੁੜ ਕੇ ਨਿਕਲਦਾ ਨਹੀਂ। ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ। ਸਾਨੂੰ ਸੰਤ ਜੀ ਇੱਕ ਦ੍ਰਿਸ਼ਟਾਂਤ ਪੜਾਉਂਦੇ ਨੇ। ਕਿਸੇ ਮਾਂ ਨੇ ਆਪਣੀ ਧੀ ਨੂੰ ਆਖਿਆ ਧੀਏ ਉਰੇ ਆ ਬਿੱਲੀ ਫੜ ਤੇ ਟੋਕਰੇ ਥੱਲੇ ਦੇ ਕੇ ਤੇ ਦਹੀਂ ਜਮਾ ਦੇ। ਉਹਨੇ ਦਹੀਂ ਜਮਾ ਦੇਣਾ। ਕਰਦਿਆਂ ਕਰਦਿਆਂ 12 ਸਾਲ ਲੰਘੇ। 12 ਸਾਲ ਪਹਿਲਾਂ ਬਿੱਲੀ ਫੜਨੀ ਟੋਕਰੇ ਥੱਲੇ ਦੇ ਦੇਣੀ ਮੁੜ ਕੇ ਦਹੀਂ ਜਮਾ ਦੇਣਾ। ਹੁਣ ਕੁਦਰਤੀ ਤੌਰ ਤੇ ਧੀ ਵਿਆਹ ਕਰਕੇ ਜਦੋਂ ਸਹੁਰਿਆਂ ਦੇ ਘਰ ਗਈ ਤੇ ਉਹਦੀ ਸੱਸ ਨੇ ਆਖਿਆ ਧੀਏ ਦਹੀਂ ਜਮਾ ਦੇਂਗੀ। ਉਹਨੇ ਗਾੜੀਆਂ ਆਖਿਆ ਮਾਂ ਬਿੱਲੀ ਕਿੱਥੇ ਜਿਹੜੀ ਟੋਕਰੇ ਥੱਲੇ ਦੇਣੀ ਹੈ। ਹੁਣ ਗੱਲ ਛੱਛੋ ਪੰਜੇ ਵਿੱਚ ਪੈ ਗਈ ਵੀ ਬਣਿਆ ਕੀ ਹੈ। ਮੈਂ ਤਾਂ ਦਹੀਂ ਜਮਾਉਣ ਨੂੰ ਆਖਿਆ ਹੈ। ਉਹਨੇ ਦੂਜੀ ਵੇਰਾ ਫੇਰ ਆਖਿਆ ਧੀਏ ਦਹੀਂ ਜਮਾ ਦੇਂਗੀ। ਉਹਨੇ ਆਖਿਆ ਮਾਂ ਬਿੱਲੀ ਕਿੱਥੇ ਜਿਹੜੀ ਟੋਕਰੇ ਥੱਲੇ ਦੇਣੀ ਹੈ। ਉਹਨੇ ਗੁੱਟ ਫੜਿਆ ਤੇ ਮਾਂ ਕੋਲ ਲੈ ਗਈ ਉਹਦੇ ਪੇਕੇ। ਕਹਿਣ ਲੱਗੀ ਆਪਣੀ ਧੀ ਨੂੰ ਸਿੱਖਿਆ ਕੀ ਦਿੱਤੀ ਹੂ ਇਹਨੂੰ ਮੈਂ ਪਰਸੋਂ ਦੀ ਕਹੀ ਜਾਨੀ ਹੈ ਧੀਏ ਦਹੀਂ ਜਮਾ ਦੇਂਗੀ। ਕਹਿੰਦੀ ਜਮਾ ਤੇ ਦੇਊਂਗੀ ਬਿੱਲੀ ਕਿੱਥੇ ਜਿਹੜੀ ਟੋਕਰੇ ਥੱਲੇ ਦੇਣੀ ਹੈ। ਮਾਂ ਨੇ ਮੱਥੇ ਤੇ ਹੱਥ ਮਾਰ ਕਰਕੇ ਆਖਿਆ ਭੈਣੇ ਇਹਦਾ ਕਸੂਰ ਨਹੀਂ ਕਸੂਰ ਮੇਰਾ ਮੈਂ ਦੱਸਣਾ ਭੁੱਲ ਗਈ। ਧੀਏ ਤੂੰ ਸਹੁਰੇ ਚੱਲੀ ਤੇਰਾ 12 ਸਾਲ ਦਾ ਤਜਰਬਾ ਹੈ। ਜੇ ਸਹੁਰੇ ਘਰ ਬਿੱਲੀ ਨਾ ਹੋਈ ਤੇ ਕੋਈ ਨਹੀਂ ਦਹੀਂ ਤਾਂ ਜਾਮ ਹੀ ਜਾਣਾ ਹੈ। ਬਿੱਲੀ ਟੋਕਰੇ ਥੱਲੇ ਤਾਂ ਦੇਈਦੀ ਕਿਤੇ ਦੁੱਧ ਨੂੰ ਮੂੰਹ ਨਾ ਮਾਰ ਦੇਵੇ। ਜੇ ਤੁਹਾਡੇ ਘਰ ਬਿੱਲੀ ਹੈ ਨਹੀਂ ਤੇ ਕੋਈ ਗੱਲ ਨਹੀਂ ਤੁਹਾਡਾ ਦੁੱਧ ਜੰਮੇਗਾ। ਇਸ ਕਰਕੇ ਗੁਰੂ ਕੇ ਸਿੱਖੋ ਇਹ ਜਾਲ ਹੈ ਜਾਲ ਗੁਲਾਮੀ ਦਾ ਜਾਲ। ਬਿੱਲੀ ਟੋਕਰੇ ਥੱਲੇ ਦਿੱਤਿਆਂ ਦਹੀਂ ਜੰਮਦਾ ਨਹੀਂ। ਇਸ ਕਰਕੇ ਬੇਨਤੀ ਹੈ ਗੁਰੂ ਕੇ ਸਿੱਖੋ ਆਪਣਾ ਗੁਲਾਮੀ ਦਾ ਜਾਲ ਲਾ ਕਰਕੇ ਆਪਣੇ ਆਪ ਨੂੰ ਮਹਿਸੂਸ ਕਰੋ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰਾਂ। ਅਸੀਂ ਕਿਸੇ ਦੇ ਗਾੜੀ ਝੁਕਦੇ ਨਹੀਂ ਧੱਕਾ ਕਿਸੇ ਤੇ ਕਰਦੇ ਨਹੀਂ ਤੇ ਧੱਕਾ ਕਿਸੇ ਦਾ ਜਰਦੇ ਨਹੀਂ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਗੁਰੂ ਕੇ ਸਿੱਖੋ ਧਰਮਯੁੱਧ ਮੋਰਚਾ ਲੱਗਾ ਜੇ ਵੱਧ ਤੋਂ ਵੱਧ ਡਰਿਓ ਨਾ ਵੱਧ ਤੋਂ ਵੱਧ ਆਪਣੇ ਅੰਦਰ ਦੇ ਜ਼ਮੀਰ ਨੂੰ ਜਗਾ ਕਰਕੇ ਪ੍ਰਮਾਤਮਾ ਦਾ ਨਾਮ ਜਪੋ। ਜਿਵੇਂ ਤਿਵੇਂ ਪ੍ਰਮਾਤਮਾ ਤੁਹਾਨੂੰ ਜਨਾਉਂਦਾ ਹੈ ਜਾਂ ਤੁਹਾਡੇ ਆਗੂ ਤੁਹਾਨੂੰ ਜਨਾਉਂਦੇ ਨੇ ਉਵੇਂ ਤਿਵੇਂ ਭੈ ਵਿੱਚ ਰਹਿ ਕਰਕੇ ਇਹ ਕਦਮ ਨੂੰ ਚੁੱਕਣਾ ਕਰੋ। ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ। 4 ਰੋਜ਼ ਤੋਂ ਤੁਸੀਂ ਚੌਂਕੜੇ ਮਾਰ ਕਰਕੇ ਬੈਠੇ ਹੋ। ਅੱਜ ਆਖਰੀ ਦਿਨ ਹੈ। ਵੱਡੇ ਭਾਗਾਂ ਵਾਲਿਓ ਤਰਲੋਕੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੂਰੀ ਵਿੱਚ ਬੈਠੇ ਹੋ। ਇੱਥੇ ਬਾਬੇ ਸ਼ਹੀਦਾਂ ਦਾ ਪਹਿਰਾ ਹੋਵੇਗਾ। ਵੇਖੀ ਕਾਕਾ ਕਿਤੇ ਉੱਚਾ ਤੇ ਨੀਵਾਂ ਬੋਲ ਨਾ ਬੋਲ ਦਈ। ਇਹ ਪਰਮੇਸ਼ਰ ਆਪ ਹੋਵੇਗਾ। ਰੱਬ ਵਰਗੀਆਂ ਸਿੱਖ ਸੰਗਤਾਂ ਹੋਣਗੀਆਂ। ਨਮਾਣਾ ਬਣ ਕਰਕੇ ਝੋਲੀ ਅੱਡ ਕਰਕੇ ਨਾਮ ਦੀ ਦਾਤ ਇੱਥੋਂ ਪਵਾਉਣਾ ਕਰ। ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ। ਤੁਹਾਡੀਆਂ ਰੱਬ ਵਰਗੀਆਂ ਸਿੱਖ ਸੰਗਤਾਂ ਦਾ ਵਿਦਿਆ ਦਾਤਾ ਬਾਬਾ ਕੋਲਾ ਸਿੰਘ ਜੀ ਤੁਹਾਡੇ ਵਿੱਚ ਬੈਠੇ ਨੇ। ਬਾਬਾ ਗੁਰਨਾਮ ਸਿੰਘ ਜੀ ਹੁਣਾਂ ਦਾ ਉਦਮ ਉਪਰਾਲਾ ਹੈ। ਬਾਬਾ ਸ਼ਿੰਦਰ ਸਿੰਘ ਜੀ ਹੁਣੀ ਪੰਜਾਬ ਦੀ ਧਰਤੀ ਤੋਂ ਚੱਲ ਕਰਕੇ ਆਏ ਨੇ। ਬਾਬਾ ਗਿਆਨ ਸਿੰਘ ਜੀ ਹੁਣੀ ਆਏ ਨੇ। ਤੁਸੀਂ ਰੱਬ ਵਰਗੀਆਂ ਸਿੱਖ ਸੰਗਤਾਂ ਕਦਮ ਕਦਮ ਚੱਲ ਕੇ ਆਏ ਹੋ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਈ ਲੇਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਨਮਾਨ ਸਤਿਕਾਰਯੋਗ ਭਾਈ ਦਵਿੰਦਰ ਸਿੰਘ ਜੀ ਗੋਇੰਦਵਾਲ ਸਾਹਿਬ ਵਾਲਿਆਂ ਦਾ।